ਹੈਲੋ ਸਟੂਡੈਂਟਸ, ਅੱਜ ਦੇ ਆਪਾਂ ਕਲਾਸ 'ਚ ਥਰਡ ਚੈਪਟਰ ਸਟਾਰਟ ਕਰਨ ਲੱਗੇ ਹਾਂ ਫਿਜ਼ਿਕਸ ਦਾ, ਦੈਟ ਇਜ਼ ਮੋਸ਼ਨ ਇਨ ਅ ਸਟ੍ਰੇਟ ਲਾਈਨ। ਜਿਹੜਾ ਸੈਕੰਡ ਚੈਪਟਰ ਹੈ ਉਹ 'ਚ ਕੁਝ ਟੌਪਿਕਸ ਨੇ ਜਿਹੜੇ ਫਿਲਹਾਲ ਮੈਂ ਸਕਿਪ ਕਰਾ ਰਿਹਾ, ਵਿਚ ਆਰ ਸਿਗਨੀਫਿਕੈਂਟ ਫਿਗਰਸ ਐਂਡ ਸੈਕੰਡ ਵਨ ਇਜ਼ ਦ ਐਰਰ ਐਨਾਲਿਸਿਸ। ਓਕੇ, ਇਹਨਾਂ ਟੌਪਿਕਸ ਨੂੰ ਆਪਾਂ ਥੋੜ੍ਹਾ ਬਾਅਦ ਚੋਂ ਦੇਖਾਂਗੇ ਬਿਕੋਜ਼ ਇਹਨਾਂ ਤੋਂ ਵੀ ਜ਼ਿਆਦਾ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕਸ ਹਲੇ ਆਪਣੇ ਪੈਂਡਿੰਗ ਨੇ। ਕਾਈਨੈਮੈਟਿਕਸ ਜਿਹੜੀ ਯੂਨਿਟ ਹੈ ਇਟ ਸੈਲਫ ਕਾਫੀ ਜ਼ਿਆਦਾ ਵੱਡੀ ਹੈ ਐਂਡ ਉਹ ਅਪ੍ਰੈਲ ਤੋਂ ਮਈ ਮੰਥ ਦੇ ਵਿੱਚ ਦਾ ਸਿਲੇਬਸ ਹੈ ਆਪਣਾ। ਰਾਈਟ, ਮਈ ਮੰਥ ਦੇ ਵਿੱਚ ਆਪਾਂ ਟਰਾਈ ਕਰਦੇ ਹਾਂ ਜੇ ਕਾਈਨੈਮੈਟਿਕਸ ਆਪਣਾ ਕਵਰ ਹੁੰਦਾ। ਇਹ ਜਿਹੜੇ ਦੋਨੋਂ ਟੌਪਿਕਸ ਨੇ ਸਿਗਨੀਫਿਕੈਂਟ ਫਿਗਰਸ ਅਤੇ ਐਰਰ ਐਨਾਲਿਸਿਸ, ਜਦੋਂ ਆਪਣਾ ਕਾਈਨੈਮੈਟਿਕਸ ਖਤਮ ਹੋ ਜੂਗਾ ਇਹ ਤੋਂ ਬਾਅਦ 'ਚ ਆਪਾਂ ਕਵਰ ਕਰਾਂਗੇ। ਓਕੇ, ਸੋ ਦੇਖੋ, ਮੋਸ਼ਨ ਇਨ ਅ ਸਟ੍ਰੇਟ ਲਾਈਨ ਨਾਮ ਤੋਂ ਪਤਾ ਲੱਗ ਰਿਹਾ ਕਿ ਕੋਈ ਵੀ ਪਾਰਟੀਕਲ ਇੱਕਦਮ ਸਿੱਧੀ ਲਾਈਨ 'ਚ ਜਦੋਂ ਟਰੈਵਲ ਕਰੇਗਾ ਉਹਨੂੰ ਆਪਾਂ ਪੜ੍ਹਨਾ ਹੈ ਇਸ ਚੈਪਟਰ 'ਚ, ਹੈ ਨਾ। ਦੈਟ ਮੀਨਸ ਉਹਦਾ ਮੋਸ਼ਨ ਕਿੱਦਾਂ ਦਾ ਹੋਊਗਾ, 1 ਡਾਇਮੈਂਸ਼ਨਲ ਹੋਊਗਾ, 2 ਡਾਇਮੈਂਸ਼ਨਲ ਹੋਊਗਾ ਕਿ 3 ਡਾਇਮੈਂਸ਼ਨਲ ਹੋਊਗਾ। ਇੱਦਾਂ ਦੇ ਮੋਸ਼ਨ ਨੂੰ ਆਪਾਂ ਕੀ ਕਹਾਂਗੇ, 1 ਡਾਇਮੈਂਸ਼ਨਲ, ਬਿਕੋਜ਼ ਸਿਰਫ ਇੱਕ ਹੀ ਲਾਈਨ ਦੇ ਵਿੱਚੋਂ ਮੂਵ ਕਰ ਰਿਹਾ ਹੈ ਨਾ। ਫੋਰ ਐਗਜ਼ਾਮਪਲ ਲੈਟਸ ਸਪੋਜ਼ ਇੱਕ ਸਿੱਧਾ ਟਰੈਕ ਹੈ, ਇਹਦੇ ਉੱਤੇ ਕੋਈ ਲੈਟਸ ਸਪੋਜ਼ ਟ੍ਰੇਨ ਹੈ, ਰਾਈਟ, ਉਹ ਚੱਲ ਰਹੀ ਹੈ ਇੱਕਦਮ ਸਟ੍ਰੇਟ ਟਰੈਕ ਦੇ ਉੱਤੇ, ਤਾਂ ਉਹਦਾ ਮੋਸ਼ਨ ਕਿੱਦਾਂ ਦਾ ਕਹਿਲਾਊਗਾ, 1 ਡਾਇਮੈਂਸ਼ਨਲ, ਰਾਈਟ। ਸਿਮਿਲਰਲੀ ਲੈਟਸ ਸਪੋਜ਼ ਹੁਣ ਇੱਕ ਆਪਾਂ ਲੈ ਲੈਂਦੇ ਹਾਂ ਕੋਈ ਫਲੋਰ ਹੈ, ਜਿਵੇਂ ਦਿਸ ਇਜ਼ ਇਹ ਫਰਸ਼ ਹੈ, ਇਹਦੇ ਉੱਤੇ ਕੋਈ ਇਨਸੈਕਟ ਹੈ ਜਿਹੜਾ ਰੈਂਡਮਲੀ ਮੂਵ ਕਰੀ ਜਾ ਰਿਹਾ, ਕਦੇ ਇੱਧਰ ਕਦੇ ਉੱਧਰ। ਓਕੇ, ਇਹਦਾ ਜਿਹੜਾ ਮੋਸ਼ਨ ਹੈਗਾ ਉਹ ਕਿੱਦਾਂ ਦਾ ਹੈ, ਇਟ ਇਜ਼ 2 ਡਾਇਮੈਂਸ਼ਨਲ ਬਿਕੋਜ਼ ਇਹ 2 ਡਾਇਮੈਂਸ਼ਨਸ ਦੇ ਵਿੱਚ ਮੂਵ ਕਰ ਰਿਹਾ ਹੈ, XY ਪਲੇਨ ਦੇ ਵਿੱਚ ਫੋਰ ਐਗਜ਼ਾਮਪਲ। ਓਕੇ, ਸਿਮਿਲਰਲੀ ਲੈਟਸ ਸਪੋਜ਼ ਜੇ ਕੋਈ ਇਨਸੈਕਟ ਹੈਗਾ ਜਿਹੜਾ ਫਲਾਈ ਕਰ ਸਕਦਾ, ਰਾਈਟ, ਉਹ XY ਪਲੇਨ 'ਚ ਤਾਂ ਮੂਵ ਕਰ ਹੀ ਰਿਹਾ ਹੈ ਬਟ ਉਹ ਹਾਈਟ ਵੀ ਅਟੇਨ ਕਰ ਰਿਹਾ, ਕਦੇ ਨੀਚੇ ਆ ਜਾ ਰਿਹਾ, ਰਾਈਟ। ਉੱਦਾਂ ਦਾ ਮੋਸ਼ਨ ਨੂੰ ਆਪਾਂ ਕੀ ਕਹਾਂਗੇ, 3 ਡਾਇਮੈਂਸ਼ਨਲ ਮੋਸ਼ਨ, ਰਾਈਟ। ਸੋ ਇਹ ਕੁਝ ਐਗਜ਼ਾਮਪਲਸ ਪਤਾ ਹੋਣੀਆਂ ਚਾਹੀਦੀਆਂ ਨੇ ਤੁਹਾਨੂੰ ਕਿ 1 ਡਾਇਮੈਂਸ਼ਨਲ ਦਾ ਮਤਲਬ ਕੀ ਹੁੰਦਾ ਹੈ, 2 ਡਾਇਮੈਂਸ਼ਨਲ ਮੋਸ਼ਨ ਦਾ ਮਤਲਬ ਕੀ ਹੁੰਦਾ ਹੈ ਐਂਡ 3 ਡਾਇਮੈਂਸ਼ਨਲ ਮੋਸ਼ਨ ਦਾ ਮਤਲਬ ਕੀ ਹੁੰਦਾ ਹੈ। ਬਟ ਇਸ ਚੈਪਟਰ 'ਚ ਆਪਾਂ ਸਿਰਫ 1 ਡਾਇਮੈਂਸ਼ਨਲ ਮੋਸ਼ਨ ਦੇ ਨਾਲ ਡੀਲ ਕਰਨਾ ਹੈ। ਓਕੇ, ਹੁਣ ਦੇਖੋ, ਜਦੋਂ ਵੀ ਆਪਾਂ ਮੋਸ਼ਨ ਦੀ ਗੱਲ ਕਰਦੇ ਹਾਂ ਛੋਟੀ ਕਲਾਸਿਸ 'ਚ 2 ਟਰਮਸ ਤੁਸੀਂ ਪੜ੍ਹੀਆਂ ਹੋਣੀਆਂ, ਇੱਕ ਹੁੰਦਾ ਯੂਨੀਫਾਰਮ ਮੋਸ਼ਨ, ਇੱਕ ਹੁੰਦਾ ਨੋਨ ਯੂਨੀਫਾਰਮ ਮੋਸ਼ਨ। ਕੀ ਮਤਲਬ ਹੁੰਦਾ ਹੈ ਯੂਨੀਫਾਰਮ ਮੋਸ਼ਨ, ਜਦੋਂ ਕੋਈ ਵੀ ਆਬਜੈਕਟ ਜਾਂ ਕੋਈ ਵੀ ਬੋਡੀ ਆਲਵੇਜ਼ ਸੇਮ ਸਪੀਡ ਦੇ ਨਾਲ ਟਰੈਵਲ ਕਰਦੀ ਪਈ ਹੈ, ਜਾਂ ਫਿਰ ਆਪਾਂ ਇਹਨੂੰ ਇਹ ਕਹਿ ਦਿੰਦੇ ਹਾਂ ਜਦੋਂ ਕੋਈ ਬੋਡੀ ਸੇਮ ਟਾਈਮ ਇੰਟਰਵਲ ਦੇ ਵਿੱਚ ਸੇਮ ਡਿਸਟੈਂਸ ਕਵਰ ਕਰਦੀ ਹੈ, ਰਾਈਟ। ਫੋਰ ਐਗਜ਼ਾਮਪਲ ਲੈਟਸ ਸਪੋਜ਼ ਪਹਿਲੇ 1 ਸੈਕਿੰਡ ਦੇ ਵਿੱਚ ਉਹਨੇ ਕੁਛ ਵੀ ਆਪਾਂ ਡਿਸਟੈਂਸ ਕੰਸੀਡਰ ਕਰ ਲੈਂਦੇ ਹਾਂ, X ਯੂਨਿਟਸ ਟਰੈਵਲ ਕੀਤੇ, ਜਾਂ ਫਿਰ ਟਾਈਮ ਮੈਂ ਵੱਡਾ ਲੈ ਕੇ ਚੱਲਦਾ, ਲੈਟਸ ਸਪੋਜ਼ ਪਹਿਲੇ 1 ਘੰਟੇ ਦੇ ਵਿੱਚ, ਰਾਈਟ, ਉਹਨੇ 50 ਕਿਲੋਮੀਟਰਸ ਟਰੈਵਲ ਕੀਤੇ ਕਿਸੇ ਵੀ ਕਾਰ ਨੇ। ਓਕੇ, ਐਂਡ ਅਗਲੇ 1 ਘੰਟੇ 'ਚ ਵੀ 50 ਕਿਲੋਮੀਟਰਸ, ਫਿਰ ਅਗਲੇ 1 ਘੰਟੇ 'ਚ ਵੀ 50 ਕਿਲੋਮੀਟਰਸ, ਹਰ ਵਾਰੀ ਇਹੀ ਹੋ ਰਿਹਾ। ਸੋ ਉਹਨੂੰ ਆਪਾਂ ਕੀ ਕਹਾਂਗੇ, ਉਹਦਾ ਮੋਸ਼ਨ ਕਿੱਦਾਂ ਦਾ, ਯੂਨੀਫਾਰਮ ਮੋਸ਼ਨ ਹੈ, ਮਤਲਬ ਉਹਦੀ ਸਪੀਡ ਲਗਭਗ ਸੇਮ ਰਹੀ, ਹੈ ਨਾ। ਲੇਕਿਨ ਨੋਨ ਯੂਨੀਫਾਰਮ ਮੋਸ਼ਨ ਕਿੱਦਾਂ ਦਾ ਹੁੰਦਾ ਹੈ, ਜਦੋਂ ਕਿਸੇ ਵੀ ਆਬਜੈਕਟ ਦੀ ਸਪੀਡ ਬਾਰ-ਬਾਰ ਕੀ ਹੁੰਦੀ ਰਹੇ, ਚੇਂਜ ਹੁੰਦੀ ਰਹੇ। ਦੈਟ ਮੀਨਸ ਆਪਾਂ ਇਹਨੂੰ ਕਿਵੇਂ ਕਹਿ ਸਕਦੇ ਹਾਂ, ਜਾਂ ਤਾਂ ਕਹਿ ਸਕਦੇ ਹੋ ਡਿਫਰੈਂਟ ਸਪੀਡ ਡਿਊਰਿੰਗ ਡਿਫਰੈਂਟ ਟਾਈਮ ਇੰਟਰਵਲਸ, ਹੈ ਨਾ, ਜਾਂ ਫਿਰ ਆਪਾਂ ਇਹਨੂੰ ਇਹ ਕਹਿ ਸਕਦੇ ਹਾਂ ਕਿ ਸੇਮ ਟਾਈਮ ਇੰਟਰਵਲ ਦੇ ਵਿੱਚ ਇਹ ਕੀ ਕਰ ਰਹੀ ਹੈ, ਡਿਫਰੈਂਟ ਡਿਸਟੈਂਸ ਟਰੈਵਲ ਕਰ ਰਹੀ ਹੈ। ਜਨਰਲੀ ਜਦੋਂ ਆਪਾਂ ਕੋਈ ਬਾਈਕ ਚਲਾਉਂਦੇ ਹਾਂ, ਸਾਈਕਲ ਚਲਾਉਂਦੇ ਹਾਂ, ਕਾਰ ਚਲਾਉਂਦੇ ਹਾਂ, ਰਾਈਟ, ਰਸਤੇ 'ਚ ਟ੍ਰੈਫਿਕ ਹੁੰਦਾ ਹੈ, ਆਪਾਂ ਨੂੰ ਮੁੜਨਾ ਵੀ ਹੁੰਦਾ ਹੈ, ਸੋ ਆਪਣੀ ਸਪੀਡ ਸੇਮ ਨਹੀਂ ਰਹਿੰਦੀ। ਹੋ ਸਕਦਾ ਜੇ ਪਹਿਲੇ 1 ਮਿੰਟ 'ਚ ਆਪਾਂ ਕੁਛ ਡਿਸਟੈਂਸ ਟਰੈਵਲ ਕੀਤਾ ਤਾਂ ਅਗਲੇ 1 ਮਿੰਟ ਦੇ ਵਿੱਚ ਆਪਾਂ ਘੱਟ ਟਰੈਵਲ ਕਰੀਏ ਜਾਂ ਜ਼ਿਆਦਾ ਟਰੈਵਲ ਕਰੀਏ। ਹਰ ਵਾਰੀ ਇਹ ਨਹੀਂ ਹੋਊਗਾ ਕਿ ਜਿੰਨਾ ਡਿਸਟੈਂਸ ਪਹਿਲੇ 1 ਮਿੰਟ 'ਚ ਟਰੈਵਲ ਕੀਤਾ ਉਨਾ ਹੀ ਡਿਸਟੈਂਸ ਅਗਲੇ 1 ਮਿੰਟ 'ਚ ਟਰੈਵਲ ਕਰੋਗੇ, ਬਿਲਕੁਲ ਨਹੀਂ ਇੱਦਾਂ ਹੋਊਗਾ, ਹੈ ਨਾ। ਸੋ ਉੱਦਾਂ ਦੇ ਮੋਸ਼ਨ ਨੂੰ ਆਪਾਂ ਕੀ ਕਹਿੰਦੇ ਹਾਂ, ਨੋਨ ਯੂਨੀਫਾਰਮ ਮੋਸ਼ਨ। ਜੇ ਜਨਰਲੀ ਗੱਲ ਕਰੀਏ ਨਾ ਆਪਾਂ ਨੂੰ ਨੋਨ ਯੂਨੀਫਾਰਮ ਮੋਸ਼ਨ ਹੀ ਦੇਖਣ ਨੂੰ ਮਿਲਦਾ ਆਪਣੇ ਆਲੇ ਦੁਆਲੇ, ਰਾਈਟ। ਯੂਨੀਫਾਰਮ ਮੋਸ਼ਨ ਥਿਓਰੈਟਿਕਲੀ ਆਪਾਂ ਡਿਸਕਸ ਜ਼ਰੂਰ ਕਰਾਂਗੇ ਬਟ ਯੂਜ਼ਲੀ ਜਿਹੜਾ ਮੋਸ਼ਨ ਆਪਣੇ ਆਲੇ ਦੁਆਲੇ ਹੁੰਦਾ ਦੈਟ ਇਜ਼ ਨੋਨ ਯੂਨੀਫਾਰਮ ਮੋਸ਼ਨ। ਹੁਣ ਜਿਹੜੀਆਂ ਅਗਲੀਆਂ 2 ਟਰਮਸ ਨੇ ਜਿਨ੍ਹਾਂ ਬਾਰੇ ਆਪਾਂ ਡਿਸਕਸ ਕਰਨ ਲੱਗੇ ਹਾਂ, ਦੇ ਆਰ ਡਿਸਟੈਂਸ ਐਂਡ ਡਿਸਪਲੇਸਮੈਂਟ। ਆਲਰੇਡੀ ਕਾਫੀ ਐਕਸਟੈਂਟ ਤੱਕ ਤੁਹਾਨੂੰ ਪਤਾ ਹੋਊਗਾ, 9th ਕਲਾਸ 'ਚ ਪੜ੍ਹਿਆ ਹੋਇਆ ਆਪਾਂ ਡਿਸਟੈਂਸ ਕੀ ਹੁੰਦਾ ਐਂਡ ਡਿਸਪਲੇਸਮੈਂਟ ਕੀ ਹੁੰਦਾ, ਲੇਕਿਨ ਸਟਿਲ 2 ਸਾਲ ਹੋ ਚੁੱਕੇ ਨੇ ਬਿਕੋਜ਼ ਉਹ ਚੀਜ਼ ਪੜ੍ਹੇ। ਇੱਕ ਵਾਰੀ ਆਪਾਂ ਰਿਵਾਈਜ਼ ਕਰਦੇ ਹਾਂ ਕਿ ਵਟ ਇਜ਼ ਡਿਸਟੈਂਸ ਐਂਡ ਵਟ ਇਜ਼ ਡਿਸਪਲੇਸਮੈਂਟ। ਓਕੇ, ਦ ਡਿਸਟੈਂਸ ਓਵਰ ਹੀਅਰ, ਇਟ ਇਜ਼ ਅ ਸਕੇਲਰ ਕੁਆਂਟਿਟੀ। ਇਹ ਟਰਮਸ ਵੀ 9th 'ਚ ਪੜ੍ਹੀਆਂ ਹੁੰਦੀਆਂ ਆਪਾਂ, ਸਕੇਲਰ ਦਾ ਮਤਲਬ ਕੀ ਹੁੰਦਾ ਐਂਡ ਵੈਕਟਰ ਦਾ ਮਤਲਬ ਕੀ ਹੁੰਦਾ। ਡਿਸਪਲੇਸਮੈਂਟ ਇਜ਼ ਅ ਵੈਕਟਰ ਕੁਆਂਟਿਟੀ। ਯਾਦ ਹੈ ਜਾਂ ਨਹੀਂ ਹੈ? ਦੇਖੋ ਕੀ ਹੁੰਦਾ, ਲੈਟਸ ਸਪੋਜ਼ ਮੈਂ ਪਹਿਲਾਂ ਗੱਲ ਕਰ ਲੈਂਦਾ ਸਕੇਲਰ ਦੀ। ਜਿਵੇਂ ਡਿਸਟੈਂਸ ਹੈ ਨਾ,
एक ਇੱਦਾਂ ਦੀ ਕੁਆਂਟੀਟੀ ਹੈ ਜਿਹਨੂੰ ਜੇ ਆਪਾਂ ਮੈਜ਼ਰ ਕਰਨਾ ਆਪਾਂ ਸਿਰਫ ਕੀ ਕਵਾਂਗੇ ਕਿ ਦ ਡਿਸਟੈਂਸ ਇਜ਼ 5 ਮੀਟਰ, ਦ ਡਿਸਟੈਂਸ ਇਜ਼ 10 ਮੀਟਰ, ਦੈਟਸ ਇਟ। ਓਕੇ, ਇੱਦਾਂ ਦੀਆਂ ਕੁਆਂਟੀਟੀਜ਼ ਜਿਹਦਾ ਸਿਰਫ ਐਂਡ ਸਿਰਫ ਕੀ ਹੁੰਦਾ ਹੈ, ਮੈਗਨੀਟਿਊਡ, ਦੈਟ ਮੀਨਸ ਸਿਰਫ ਨਿਊਮੈਰੀਕਲ ਵੈਲਿਊ, ਰਾਈਟ, 5 ਮੀਟਰਸ ਹੈ ਜਾਂ 10 ਮੀਟਰਸ ਹੈ ਕਿੰਨਾ, ਰਾਈਟ, ਉਹਨੂੰ ਆਪਾਂ ਕੀ ਕਹਿੰਦੇ ਆ, ਸਕੇਲਰ ਕੁਆਂਟੀਟੀਜ਼। ਲੇਕਿਨ ਕੁਝ ਕੁਆਂਟੀਟੀਜ਼ ਇੱਦਾਂ ਦੀਆਂ ਹੁੰਦੀਆਂ ਨੇ ਜਿਹਦਾ ਮੈਗਨੀਟਿਊਡ ਤਾਂ ਹੁੰਦਾ ਹੀ ਹੁੰਦਾ, ਪਲੱਸ ਉਹ ਤੋਂ ਇਲਾਵਾ ਉਹਦੀ ਡਾਇਰੈਕਸ਼ਨ ਵੀ ਹੁੰਦੀ ਹੈ। ਜੇ ਜੇ ਕਿਸੇ ਵੀ ਵੈਕਟਰ ਨੂੰ ਆਪਾਂ ਪ੍ਰੋਪਰਲੀ ਸਪੈਸੀਫਾਈ ਕਰਨਾ ਹੋਵੇ ਤਾਂ ਆਪਾਂ ਨੂੰ ਦੋ ਚੀਜ਼ਾਂ ਸ਼ੋ ਕਰਨੀਆਂ ਪੈਂਦੀਆਂ, ਉਹਦੀ ਮੈਗਨੀਟਿਊਡ ਐਂਡ ਡਾਇਰੈਕਸ਼ਨ। ਇੱਦਾਂ ਦੀ ਕੁਆਂਟੀਟੀਜ਼ ਨੂੰ ਆਪਾਂ ਕੀ ਕਹਿੰਦੇ ਆ, ਵੈਕਟਰ ਕੁਆਂਟੀਟੀਜ਼, ਠੀਕ ਹੈ। ਸੋ ਸਕੇਲਰ ਕੁਆਂਟੀਟੀਜ਼ ਦਾ ਸਿਰਫ ਮੈਗਨੀਟਿਊਡ ਹੋਊਗਾ, ਵੈਕਟਰ ਕੁਆਂਟੀਟੀ ਦਾ ਦੋਨੋਂ ਚੀਜ਼ਾਂ ਹੋਊਗੀਆਂ, ਮੈਗਨੀਟਿਊਡ ਐਂਡ ਡਾਇਰੈਕਸ਼ਨ। ਸੋ ਡਿਸਟੈਂਸ ਇੱਕ ਸਕੇਲਰ ਕੁਆਂਟੀਟੀ ਹੈ ਜਿਹਦਾ ਸਿਰਫ ਮੈਗਨੀਟਿਊਡ ਹੁੰਦਾ ਹੈ, ਲੇਕਿਨ ਡਿਸਪਲੇਸਮੈਂਟ ਇੱਕ ਵੈਕਟਰ ਕੁਆਂਟੀਟੀ ਹੈ, ਮਤਲਬ ਇਹਦਾ ਮੈਗਨੀਟਿਊਡ ਵੀ ਹੈ ਅਤੇ ਡਾਇਰੈਕਸ਼ਨ ਵੀ ਹੈ। ਗੋਟ ਇਟ। ਐਂਡ ਇਹ ਵੀ ਹੈ ਜਿਹੜੀਆਂ ਸਕੇਲਰ ਕੁਆਂਟੀਟੀਜ਼ ਹੁੰਦੀਆਂ ਨੇ ਉਹ ਕਦੇ ਵੀ ਨੈਗੇਟਿਵ ਨਹੀਂ ਹੋ ਸਕਦੀਆਂ, ਬਿਕੋਜ਼ ਆਪਾਂ ਗੱਲ ਕਰ ਰਹੇ ਹਾਂ ਮੈਗਨੀਟਿਊਡ ਦੀ, ਰਾਈਟ। -5 ਮੀਟਰਸ ਡਿਸਟੈਂਸ ਸੁਣਿਆ ਕਦੇ ਵੀ ਕਿ ਹਾਂ ਇੱਕ ਸਕੂਲ ਤੋਂ ਲੈ ਕੇ ਮੇਰੇ ਘਰ ਤੱਕ ਦਾ ਡਿਸਟੈਂਸ ਜੀ -5 ਕਿਲੋਮੀਟਰਸ ਹੈ, -7 ਕਿਲੋਮੀਟਰਸ ਹੈ, ਡਿਸਟੈਂਸ ਕਦੇ ਵੀ ਨੈਗੇਟਿਵ ਨਹੀਂ ਹੋ ਸਕਦਾ, ਰਾਈਟ। ਲੇਕਿਨ ਜੋ ਡਿਸਪਲੇਸਮੈਂਟ ਹੈ, ਬਿਕੋਜ਼ ਇਟ ਇਜ਼ ਅ ਵੈਕਟਰ ਕੁਆਂਟੀਟੀ, ਇਟ ਕੈਨ ਬੀ ਪੋਜ਼ੀਟਿਵ, ਇਟ ਕੈਨ ਬੀ ਨੈਗੇਟਿਵ, ਇਟ ਕੈਨ ਬੀ ਜ਼ੀਰੋ ਐਜ਼ ਵੈਲ, ਰਾਈਟ। ਵੈਕਟਰ ਕੁਆਂਟੀਟੀਜ਼ ਕੁਛ ਵੀ ਹੋ ਸਕਦੀਆਂ ਨੇ। ਇੱਥੇ ਨੈਗੇਟਿਵ ਦਾ ਮਤਲਬ ਕੀ ਹੋਊਗਾ, ਲੈਟ ਸਪੋਜ਼ ਜੇ ਆਹ ਓਰੀਜਨ ਹੈ, ਓਰੀਜਨ ਤੋਂ ਆਹ ਵਾਲੀ ਐਕਸਿਸ ਨੂੰ ਆਪਾਂ ਪੋਜ਼ੀਟਿਵ ਕੰਸੀਡਰ ਕੀਤਾ ਹੋਇਆ ਹੈ, ਤਾਂ ਆਹ ਵਾਲੀ ਐਕਸਿਸ 'ਚ ਜੇ ਡਿਸਪਲੇਸਮੈਂਟ ਹੋਊਗੀ ਤਾਂ ਉਹਨੂੰ ਆਪਾਂ ਨੈਗੇਟਿਵ ਕਹਿ ਸਕਦੇ ਹਾਂ, ਰਾਈਟ। ਫੋਰ ਐਗਜ਼ਾਮਪਲ ਓਰੀਜਨ ਤੋਂ ਜੇ ਕੋਈ ਚੀਜ਼ ਦੀ ਡਿਸਪਲੇਸਮੈਂਟ ਇੱਧਰ ਨੂੰ ਲੈਫਟ ਹੈਂਡ ਸਾਈਡ 'ਤੇ ਨੈਗੇਟਿਵ ਐਕਸਿਸ ਦੇ ਵੱਲ, ਦੈਟ ਮੀਨਸ 5 ਮੀਟਰ ਹੋਈ ਹੈ, ਤਾਂ ਆਪਾਂ ਕੀ ਕਵਾਂਗੇ ਕਿ ਬੋਡੀ ਦੀ ਡਿਸਪਲੇਸਮੈਂਟ ਕਿੰਨੀ ਹੈ, -5 ਮੀਟਰਸ, ਰਾਈਟ। ਇਹ ਮਤਲਬ ਹੈ ਮਾਈਨਸ ਦਾ। ਸੋ ਡਿਸਪਲੇਸਮੈਂਟ ਮਾਈਨਸ ਪਲੱਸ ਜ਼ੀਰੋ ਕੁਛ ਵੀ ਹੋ ਸਕਦੀ ਹੈ, ਬਟ ਡਿਸਟੈਂਸ ਜਾਂ ਤਾਂ ਜ਼ੀਰੋ ਜਾਂ ਤਾਂ ਪੋਜ਼ੀਟਿਵ, ਨੈਗੇਟਿਵ ਕਦੇ ਨਹੀਂ ਹੋਊਗਾ। ਬਸ ਇਸ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ। ਗੋਟ ਇਟ। ਸੋ ਇੱਕ ਤਾਂ ਹੋ ਗਿਆ ਆਹ ਜੋ ਡਿਸਟੈਂਸ ਐਂਡ ਡਿਸਪਲੇਸਮੈਂਟ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਤੋਂ ਇਲਾਵਾ ਆਪਾਂ ਕਹਿ ਸਕਦੇ ਹਾਂ, ਪਹਿਲਾਂ ਮੈਂ ਇਹ ਰੇਸ ਕਰਦਾ, ਜਿਹੜੀ ਡਿਸਪਲੇਸਮੈਂਟ ਹੈ ਇਹਨੂੰ ਆਪਾਂ ਡਿਫਾਈਨ ਕਿੱਦਾਂ ਕਰਦੇ ਹਾਂ। ਡਿਸਪਲੇਸਮੈਂਟ ਇਜ਼ ਦ ਸ਼ਾਰਟੈਸਟ ਡਿਸਟੈਂਸ ਬਿਟਵੀਨ ਐਨੀ ਟੂ ਪੁਆਇੰਟਸ। ਫੋਰ ਐਗਜ਼ਾਮਪਲ ਮੈਂ ਸਾਰਾ ਇਰੇਜ਼ ਕਰ ਰਿਹਾ, ਲੈਟ ਸਪੋਜ਼ ਆ ਇੱਕ ਪਰਟੀਕੂਲਰ ਲੋਕੇਸ਼ਨ ਹੈ, ਲੈਟ ਸਪੋਜ਼ ਤੁਹਾਡਾ ਸਕੂਲ ਹੈ ਇਹ, ਰਾਈਟ, ਗਵਰਨਮੈਂਟ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਐਂਡ ਦਿਸ ਇਜ਼ ਯੋਰ ਹੋਮ, ਜਿਹਨੂੰ ਆਪਾਂ B ਦੇ ਨਾਲ ਡੋਨੇਟ ਕਰਤਾ, ਠੀਕ ਹੈ। ਇਹ ਤੁਹਾਡਾ ਘਰ ਹੈ ਐਂਡ ਇਹ ਸਕੂਲ ਹੈ, ਠੀਕ ਹੈ। ਹੁਣ ਇੱਥੋਂ ਜੇ ਇਹ ਪੁਆਇੰਟ ਤੋਂ, ਜਾਂ ਆਪਾਂ ਸਵੇਰ ਦੀ ਗੱਲ ਕਰਦੇ ਹਾਂ, ਆਪਾਂ ਹੋਮ ਤੋਂ ਆਪਣੇ ਘਰੋਂ ਪਹੁੰਚਣਾ ਸਕੂਲੇ, ਹੈ ਨਾ। ਹੁਣ ਜ਼ਰੂਰੀ ਤਾਂ ਨਹੀਂ ਹੈਗਾ ਕਿ ਇੱਕਦਮ ਸਿੱਧੀ ਹੀ ਰੋਡ ਹੋਊਗੀ, ਆਪਾਂ ਸਿੱਧੇ ਮੂਵ ਕਰਦੇ ਚਲੇ ਜਾਵਾਂਗੇ ਨਾ ਪਹੁੰਚਾਂਗੇ, ਹੈ ਨਾ। ਬਹੁਤ ਸਾਰੇ ਆਪਾਂ ਨੂੰ ਲੈਟਸ ਸੇ ਪਾਥ ਮੂਵ ਕਰਕੇ ਬਹੁਤ ਸਾਰੇ ਰਸਤਿਆਂ ਥਰੂ ਮੁੜ ਕੇ ਆਉਣਾ ਪੈਂਦਾ ਹੈ, ਰਾਈਟ। ਸੋ ਲੈਟ ਸਪੋਜ਼ ਜਿਹੜਾ ਐਕਚੁਅਲ ਪਾਥ ਆਪਾਂ ਟੇਕ ਕਰ ਰਹੇ ਹਾਂ ਉਹ ਬਹੁਤ ਟੇਢਾ ਮੇਢਾ ਹੈਗਾ, ਐਂਡ ਕਿਤੋਂ ਇੱਦਾਂ ਮੂਵ ਕਰਕੇ ਆਪਾਂ ਪਹੁੰਚ ਰਹੇ ਹਾਂ ਸਕੂਲ, ਰਾਈਟ, ਸਮਥਿੰਗ ਲਾਈਕ ਦੈਟ। ਬਟ ਆਫਕੋਰਸ ਜਿਹੜਾ ਐਕਚੁਅਲ ਡਿਸਟੈਂਸ ਸੀਗਾ, ਸ਼ਾਰਟੈਸਟ ਡਿਸਟੈਂਸ ਇਹਨਾਂ ਦੋਨੋਂ ਬੋਡੀਜ਼ ਦੇ ਵਿੱਚ, ਉਹ ਤਾਂ ਕੁਛ ਇੰਨਾ ਕੁ ਸੀਗਾ, ਵੇਟ ਅ ਮਿਨਟ, ਹੈ ਨਾ। ਹੁਣ ਜੇ ਤਾਂ ਲੈਟ ਸਪੋਜ਼ ਜਿਵੇਂ ਬਾਈਕ ਹੁੰਦੀ ਹੈ, ਬਾਈਕ 'ਚ ਇੱਕ ਓਡੋਮੀਟਰ ਲੱਗਿਆ ਹੁੰਦਾ, ਤੁਸੀਂ ਦੇਖਿਆ ਹੋਣਾ, ਜਿਹੜਾ ਡਿਸਟੈਂਸ ਦੱਸਦਾ ਹੁੰਦਾ ਕਿ ਕਿੰਨਾ ਡਿਸਟੈਂਸ ਟਰੈਵਲ ਕਰ ਲਿਆ ਬਾਈਕ ਨੇ। ਜੇ ਤਾਂ ਉਹਦੇ ਅਕੋਰਡਿੰਗਲੀ ਤੁਸੀਂ ਦੇਖੋਗੇ, ਲੈਟ ਸਪੋਜ਼, ਰਾਈਟ, ਜਿਹੜਾ ਡਿਸਟੈਂਸ ਹੈਗਾ ਤੁਹਾਡੇ ਘਰ ਤੋਂ ਸਕੂਲ ਦੇ ਵਿੱਚ, ਹੋ ਸਕਦਾ ਲੈਟ ਸਪੋਜ਼ ਆਪਾਂ ਲਿਖ ਕੇ ਦੇਖਦੇ ਹਾਂ 3 ਕਿਲੋਮੀਟਰਸ ਹੈ, ਰਾਈਟ, ਮੰਨ ਕੇ ਚੱਲਦੇ ਹਾਂ ਆਪਾਂ। ਬਟ ਤੁਹਾਡੇ ਅਕੋਰਡਿੰਗਲੀ ਜਿਹੜਾ ਆਹ ਡਿਸਟੈਂਸ ਮੈਂ ਲਿਖਿਆ ਇੱਥੇ ਸ਼ਾਰਟੈਸਟ ਵਾਲਾ, ਜਿਹੜਾ A ਤੋਂ B ਤੋਂ ਮੈਂ ਸਿੱਧਾ ਹੀ ਜੋੜਤਾ, ਇਹ 3 ਕਿਲੋਮੀਟਰ ਤੋਂ ਘੱਟ ਹੋਊਗਾ ਕਿ ਜ਼ਿਆਦਾ ਹੋਊਗਾ? ਆਫਕੋਰਸ ਕਿੰਨਾ ਈਜ਼ੀ ਕੁਐਸਚਨ ਹੈ, ਘੱਟ ਹੀ ਹੋਣਾ ਚਾਹੀਦਾ, ਹੈ ਨਾ, ਬਿਕੋਜ਼ ਇਹ ਸ਼ਾਰਟੈਸਟ ਡਿਸਟੈਂਸ ਹੈ। ਸੋ ਲੈਟ ਸਪੋਜ਼ ਇਹਨੂੰ ਆਪਾਂ ਲਿਖ ਲੈਂਦੇ ਹਾਂ 2 ਕਿਲੋਮੀਟਰਸ, ਜਾਂ ਹੋ ਸਕਦਾ ਉਹ ਤੋਂ ਵੀ ਘੱਟ ਹੋਵੇ, ਰਾਈਟ। ਬਟ ਬੇਸਿਕ ਚੀਜ਼ ਆਪਾਂ ਇਹ ਅੰਡਰਸਟੈਂਡ ਕਰਨੀ ਹੈ ਕਿ ਜਿਹੜਾ ਇਹ 2 ਕਿਲੋਮੀਟਰਸ ਹੈਗਾ, ਇਹ ਕੀ ਹੈ, A ਤੇ B ਪੁਆਇੰਟ ਦੇ ਵਿੱਚ ਦੀ ਡਿਸਪਲੇਸਮੈਂਟ ਹੈ, ਇਹ ਤੁਹਾਡੀ ਡਿਸਪਲੇਸਮੈਂਟ ਹੈ, ਓਕੇ। ਹੁਣ ਡਿਪੈਂਡਿੰਗ ਔਨ ਕਿ ਤੁਸੀਂ ਪੋਜ਼ੀਟਿਵ ਐਕਸਿਸ ਕਿਹਨੂੰ ਡਿਨੋਟ ਕਰਦੇ ਹੋ, ਇਹ ਆਪਾਂ 'ਤੇ ਹੁੰਦਾ ਹੈ। ਲੈਟ ਸਪੋਜ਼ ਮੈਂ ਲੈਫਟ ਹੈਂਡ ਸਾਈਡ ਦੇ ਵੱਲ ਨੂੰ ਕੀ ਕੀਤਾ, ਇੱਧਰ ਨੂੰ ਨੈਗੇਟਿਵ ਐਕਸਿਸ ਕੰਸੀਡਰ ਕੀਤੀ ਹੋਈ ਹੈ, ਠੀਕ ਹੈ, ਐਂਡ ਉੱਧਰ ਨੂੰ ਜਿਵੇਂ ਜਾ ਰਿਹਾ ਤਾਂ ਪੋਜ਼ੀਟਿਵ। ਇੱਦਾਂ ਦੇ ਕੇਸ 'ਚ ਜਿਹੜੀ ਤੁਹਾਡੀ ਡਿਸਪਲੇਸਮੈਂਟ ਹੈ ਉਹ ਕਿੰਨੀ ਕਹਿਲਾਊਗੀ, -2 ਕਿਲੋਮੀਟਰਸ, ਰਾਈਟ। ਸਿਮਿਲਰਲੀ ਜੇ ਮੈਂ ਇਹਨੂੰ ਪੋਜ਼ੀਟਿਵ ਲੈਣਾ ਤਾਂ ਵੀ ਕੋਈ ਚੱਕਰ ਨਹੀਂ ਹੈ, ਤੁਸੀਂ ਇਹਨੂੰ ਨੈਗੇਟਿਵ ਲੈ ਲਓ। ਉੱਦਾਂ ਦੇ ਕੇਸ 'ਚ ਤੁਹਾਡੀ ਡਿਸਪਲੇਸਮੈਂਟ ਕੀ ਕਹਿਲਾਊਗੀ, +2 ਕਿਲੋਮੀਟਰਸ, ਰਾਈਟ। ਬਟ ਤੁਸੀਂ ਪਹਿਲਾਂ ਸਪੈਸੀਫਾਈ ਕਰਨਾ ਐਕਸਿਸ ਨੂੰ ਕਿ ਪੋਜ਼ੀਟਿਵ ਕਿਹਨੂੰ ਮੰਨਿਆ ਐਂਡ ਨੈਗੇਟਿਵ ਕਿਹਨੂੰ ਮੰਨਿਆ। ਸੋ ਦਿਸ ਇਜ਼ ਦ ਡਿਸਪਲੇਸਮੈਂਟ। ਸਿਮਿਲਰਲੀ ਜਿਹੜਾ ਇਹ 3 ਕਿਲੋਮੀਟਰਸ ਹੈ, ਫਿਰ ਆਹ ਕੀ ਚੀਜ਼ ਹੈ, ਦਿਸ ਇਜ਼ ਦ ਡਿਸਟੈਂਸ। ਇਹ ਟੋਟਲ ਡਿਸਟੈਂਸ ਤੁਸੀਂ ਕਿੰਨਾ ਟਰੈਵਲ ਕੀਤਾ ਉਹ ਹੈ, ਗੋਟ ਇਟ। ਸੋ ਇਹ ਦੋਨੋਂ ਟਰਮਸ ਦੇ ਬਾਰੇ ਇੰਨਾ ਕੁ ਤੁਹਾਨੂੰ ਆਲਰੇਡੀ ਪਤਾ ਵੀ ਹੋਊਗਾ। ਜੇ ਪਤਾ ਸੀ ਦੈਨ ਵੈਲ ਐਂਡ ਗੁੱਡ ਰਿਵੀਜ਼ਨ ਹੋਗੀ ਤੁਹਾਡੀ, ਜੇ ਨਹੀਂ ਪਤਾ ਸੀ ਦੈਨ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ, ਗੋਟ ਇਟ। ਡਿਸਟੈਂਸ, ਡਿਸਪਲੇਸਮੈਂਟ। ਅੱਛਾ, ਇੱਥੋਂ ਇੱਕ ਚੀਜ਼ ਦੇ ਬਾਰੇ ਤੁਸੀਂ ਸੋਚੋ,
ਐਂਡ ਇਹ ਮੈਨੂੰ ਮੈਸੇਜ ਕਰਕੇ ਦੱਸਣਾ ਤੁਸੀਂ, ਯੂ ਹੈਵ ਟੂ ਮੈਸੇਜ ਮੀ ਪਰਸਨਲੀ ਔਨ ਦਾ ਵਟਸਐਪ ਕਿ ਜਿਹੜਾ ਇਹ ਡਿਸਟੈਂਸ ਹੈ ਅਤੇ ਜਿਹੜਾ ਇਹ ਡਿਸਪਲੇਸਮੈਂਟ ਹੈ, ਇੱਥੇ ਤੁਸੀਂ ਇੱਕ ਚੀਜ਼ ਦੇਖ ਰਹੇ ਹੋ ਕਿ ਡਿਸਟੈਂਸ ਜ਼ਿਆਦਾ ਹੈ ਡਿਸਪਲੇਸਮੈਂਟ ਤੋਂ ਇਸ ਐਗਜ਼ਾਮਪਲ 'ਚ। ਕੀ ਕਦੇ ਐਂ ਹੋ ਸਕਦਾ ਹੈ ਕਿ ਡਿਸਟੈਂਸ ਅਤੇ ਡਿਸਪਲੇਸਮੈਂਟ ਇਕੁਅਲ ਹੋਣ? ਇੱਕ ਤਾਂ ਕੁਐਸਚਨ ਹੈ। ਅਤੇ ਦੂਜਾ, ਕੀ ਕਦੇ ਐਂ ਹੋ ਸਕਦਾ ਹੈ ਕਿ ਜਿਹੜੀ ਡਿਸਪਲੇਸਮੈਂਟ ਹੈ ਉਹ ਜ਼ਿਆਦਾ ਹੋਵੇ ਅਤੇ ਡਿਸਟੈਂਸ ਘੱਟ ਹੋਵੇ? ਇਹ ਦੋ ਕੁਐਸਚਨ ਦਾ ਮੈਨੂੰ ਆਨਸਰ ਦੇਣਾ ਤੁਸੀਂ ਵਟਸਐਪ ਦੇ ਉੱਤੇ, ਠੀਕ ਹੈ, ਪਰਸਨਲੀ ਮੈਸੇਜ ਕਰਕੇ। ਨੈਕਸਟ ਜਿਹੜੀਆਂ ਦੋ ਟਰਮਸ ਨੇ ਜਿਨ੍ਹਾਂ ਬਾਰੇ ਆਪਾਂ ਅੰਡਰਸਟੈਂਡ ਕਰਨਾ, ਦੇ ਆਰ ਸਪੀਡ ਐਂਡ ਵੈਲੋਸਿਟੀ, ਠੀਕ ਹੈ। ਅਗੇਨ ਜਿੱਦਾਂ ਦਾ ਜਿੱਦਾਂ ਦਾ ਡਿਫਰੈਂਸ ਸੀਗਾ ਡਿਸਪਲੇਸਮੈਂਟ ਐਂਡ ਡਿਸਟੈਂਸ ਦੇ ਵਿੱਚ, ਕੁਛ ਉੱਦਾਂ ਦਾ ਹੀ ਡਿਫਰੈਂਸ ਇਹਨਾਂ ਦੋਨਾਂ ਦੇ ਵਿੱਚ ਵੀ ਹੁੰਦਾ ਹੈ। ਬਿਕੋਜ਼ ਜਿਹੜੀ ਸਪੀਡ ਹੈ ਇਟ ਇਜ਼ ਅ ਸਕੇਲਰ ਕੁਆਂਟੀਟੀ, ਮਤਲਬ ਇਹਦੀ ਸਿਰਫ ਮੈਗਨੀਟਿਊਡ ਹੁੰਦੀ, ਡਾਇਰੈਕਸ਼ਨ ਕੋਈ ਨਹੀਂ ਹੁੰਦੀ। ਲੇਕਿਨ ਵੈਲੋਸਿਟੀ ਇਜ਼ ਅ ਵੈਕਟਰ ਕੁਆਂਟੀਟੀ, ਇਟ ਹੈਜ਼ ਬੋਥ ਮੈਗਨੀਟਿਊਡ ਐਜ਼ ਵੈਲ ਐਜ਼ ਡਾਇਰੈਕਸ਼ਨ। ਓਕੇ, ਸਿਮਿਲਰਲੀ ਬਿਕੋਜ਼ ਜਿਹੜੀ ਆਹ ਸਪੀਡ ਹੈ ਸਕੇਲਰ ਹੈ, ਇਟ ਕੈਨ ਬੀ ਜ਼ੀਰੋ ਔਰ ਇਟ ਕੈਨ ਬੀ ਪੋਜ਼ੀਟਿਵ। ਸਕੇਲਰ ਕੁਆਂਟੀਟੀਜ਼ 'ਚ ਆਲਵੇਜ਼ ਐਵੇਂ ਹੁੰਦਾ, ਸਕੇਲਰ ਕੁਆਂਟੀਟੀਜ਼ ਕਦੇ ਨੈਗੇਟਿਵ ਨਹੀਂ ਹੁੰਦੀਆਂ ਬਿਕੋਜ਼ ਇਹਨਾਂ ਦਾ ਸਿਰਫ ਮੈਗਨੀਟਿਊਡ ਹੁੰਦਾ, ਨੈਗੇਟਿਵ ਕਦੇ ਵੀ ਨਹੀਂ ਹੋ ਸਕਦਾ। ਕਦੇ ਸੁਣਿਆ ਕਿਸੇ ਸਪੀਡ, ਲੈਟਸ ਸਪੋਜ਼ ਜਿਵੇਂ ਬਾਈਕ 'ਤੇ ਸਪੀਡ ਆ ਰਹੀ ਹੁੰਦੀ ਹੈ ਨਾ ਉੱਤੇ, ਕਿ ਹਾਂ ਸਪੀਡੋਮੀਟਰ ਲੱਗਿਆ ਹੁੰਦਾ, ਜਿਹੜਾ ਆਪਾਂ ਲੈਟਸ ਸਪੋਜ਼ ਕਹਿੰਦੇ ਹਾਂ ਕਿ 10 ਕਿਲੋਮੀਟਰ ਪਰ ਆਰ 'ਤੇ ਜਾ ਰਹੇ ਹਾਂ, 20 ਕਿਲੋਮੀਟਰ। ਕਦੇ ਸੁਣਿਆ ਆਪਾਂ -5 ਕਿਲੋਮੀਟਰਸ ਪਰ ਆਰ ਦੀ ਸਪੀਡ 'ਤੇ ਜਾ ਰਹੇ ਹਾਂ? ਨਹੀਂ। 0 ਕਿਲੋਮੀਟਰਸ ਪਰ ਆਰ 'ਤੇ ਤਾਂ ਬਾਈਕ ਬਿਲਕੁਲ ਰੁਕ ਹੀ ਜਾਊਗੀ, -5 ਕਿਲੋਮੀਟਰਸ ਪਰ ਆਰ ਦਾ ਮਤਲਬ ਹੀ ਨਹੀਂ ਕੋਈ ਬੰਦਾ। ਗੋਟ ਇਟ? ਸੋ ਸਪੀਡ ਕੈਨ ਨੈਵਰ ਬੀ ਨੈਗੇਟਿਵ, ਇੰਨੀ ਤੁਹਾਨੂੰ ਪਤਾ ਹੈ, ਕਾਮਨ ਸੈਂਸ ਵਾਲੀ ਗੱਲ ਹੈ। ਬਟ ਵੈਲੋਸਿਟੀ ਬਿਕੋਜ਼ ਇਟ ਇਜ਼ ਅ ਵੈਕਟਰ, ਇਟ ਕੈਨ ਬੀ ਨੈਗੇਟਿਵ, ਇਟ ਕੈਨ ਬੀ ਜ਼ੀਰੋ ਔਰ ਇਟ ਕੈਨ ਬੀ ਪੋਜ਼ੀਟਿਵ ਐਜ਼ ਵੈਲ, ਕੁਛ ਵੀ ਹੋ ਸਕਦੀ ਹੈ, ਠੀਕ ਹੈ, ਬਿਕੋਜ਼ ਇਟ ਇਜ਼ ਅ ਵੈਕਟਰ। ਨੈਗੇਟਿਵ ਦਾ ਮਤਲਬ ਸਿਰਫ ਕੀ ਹੋਊਗਾ ਕਿ ਉਹਦੀ ਡਾਇਰੈਕਸ਼ਨ ਕਿੱਧਰ ਨੂੰ ਹੈ, ਠੀਕ ਹੈ। ਫੋਰ ਐਗਜ਼ਾਮਪਲ ਆਰ ਓਰੀਜਨ ਹੈ, ਜੇ ਉਹ ਪੋਜ਼ੀਟਿਵ ਐਕਸਿਸ ਦੇ ਵੱਲ ਜਾਂ ਫਿਰ ਕੋਈ ਵੀ ਪੋਜ਼ੀਟਿਵ ਜਿਹੜੀ ਐਕਸਿਸ ਹੈ ਉਹਦੇ ਵੱਲ ਲੈਟਸ ਸਪੋਜ਼ 10 ਕਿਲੋਮੀਟਰ ਪਰ ਆਰ ਦੇ ਨਾਲ ਮੂਵ ਕਰ ਰਹੀ ਹੈ, ਤਾਂ ਇਹਦੀ ਵੈਲੋਸਿਟੀ ਪੋਜ਼ੀਟਿਵ 10 ਕਿਲੋਮੀਟਰਸ ਪਰ ਆਰ ਹੋ ਜੂਗੀ। ਲੇਕਿਨ ਜੇ ਆਹੀ ਓਰੀਜਨ ਤੋਂ ਇਹ ਨੈਗੇਟਿਵ ਐਕਸਿਸ ਦੇ ਵੱਲ ਮੋਸ਼ਨ ਇਹਨਾਂ ਸਟ੍ਰੇਟ ਲਾਈਨ ਕਰ ਰਹੇ ਹਾਂ, ਤਾਂ ਕਰਕੇ ਮੈਂ ਸਿਰਫ ਸਟ੍ਰੇਟ ਲਾਈਨ ਦੇ ਵਿੱਚ ਹੀ ਡੀਲ ਕਰਨ ਲੱਗਾ, ਠੀਕ ਹੈ। ਜੇ ਨੈਗੇਟਿਵ ਐਕਸਿਸ ਦੇ ਵੱਲ ਮੋਸ਼ਨ ਹੈ ਇਹਦਾ, ਜਾਂ ਫਿਰ ਕਿਸੇ ਵੀ ਨੈਗੇਟਿਵ ਐਕਸਿਸ ਦੇ ਵੱਲ ਮੋਸ਼ਨ ਹੈ ਆਬਜੈਕਟ ਦਾ ਵਿਦ ਦ ਸੇਮ ਸਪੀਡ ਲੈਟਸ ਸਪੋਜ਼ 10 ਕਿਲੋਮੀਟਰਸ ਪਰ ਆਰ, ਤਾਂ ਇਹਦੀ ਵੈਲੋਸਿਟੀ ਕਿੰਨੀ ਹੋ ਜੂਗੀ? -10 ਕਿਲੋਮੀਟਰਸ ਪਰ ਆਰ, ਠੀਕ ਹੈ। ਮਾਈਨਸ ਸਿਰਫ ਇੱਥੇ ਆਹੀ ਮੈਂਸ਼ਨ ਕਰ ਰਿਹਾ ਹੈ ਕਿ ਉਹਦੀ ਡਾਇਰੈਕਸ਼ਨ ਕਿੱਧਰ ਨੂੰ ਹੈ, ਇਸੇ ਕਰਕੇ ਆਪਾਂ ਕਿਹਾ ਨਾ ਵੈਲੋਸਿਟੀ ਇਜ਼ ਅ ਵੈਕਟਰ, ਇਟ ਹੈਜ਼ ਬੋਥ ਮੈਗਨੀਟਿਊਡ ਐਜ਼ ਵੈਲ ਐਜ਼ ਡਾਇਰੈਕਸ਼ਨ। ਓਕੇ, ਅੱਛਾ, ਇੱਕ ਅਗਲੇ ਦੋ ਕੁਐਸਚਨ ਜਿਹੇ ਨੇ, ਇਹ ਮੈਂ ਲਿਖ ਕੇ ਵੀ ਪਾ ਦੂੰਗਾ ਲੇਕਿਨ ਨਾਲ ਦੀ ਨਾਲ ਸੁਣੀ ਵੀ ਚਲੋ। ਜਿਹੜੀ ਸਪੀਡ ਹੈ ਅਤੇ ਜਿਹੜੀ ਵੈਲੋਸਿਟੀ ਹੈ, ਹੁਣ ਜੇ ਮੈਂ ਇਹਨਾਂ ਦੋਨਾਂ ਨੂੰ ਕੰਪੇਅਰ ਕਰਨਾ ਹੋਵੇ ਤਾਂ ਕਿਹੜੀ ਜ਼ਿਆਦਾ ਹੋਊਗੀ ਜਾਂ ਕਿਹੜੀ ਘੱਟ ਹੋਊਗੀ? ਇਹ 'ਚ ਵੀ ਆਪਾਂ ਕਹਿ ਸਕਦੇ ਹਾਂ ਕਿ ਸਪੀਡ ਆਲਵੇਜ਼ ਜ਼ਿਆਦਾ ਹੋਊਗੀ ਵੈਲੋਸਿਟੀ ਤੋਂ, ਜਾਂ ਫਿਰ ਵੈਲੋਸਿਟੀ ਆਲਵੇਜ਼ ਜ਼ਿਆਦਾ ਹੋਊਗੀ ਸਪੀਡ ਤੋਂ, ਜਾਂ ਫਿਰ ਦੋਨੋਂ ਆਲਵੇਜ਼ ਇਕੁਅਲ ਹੋਊਗੀਆਂ। ਕੀ ਕਿਆ ਹੋ ਸਕਦਾ ਆਪਸ਼ਨਸ? ਇਹ ਮੈਨੂੰ ਤੁਸੀਂ ਸੋਚ ਕੇ ਖੁਦ ਤੋਂ ਸੋਚਣਾ, ਪਲੀਜ਼ ਬੁੱਕ ਤੋਂ ਨਾ ਸੋਚਿਓ, ਬੁੱਕ ਤੋਂ ਦੇਖਿਓ ਨਾ, ਸੌਰੀ, ਠੀਕ ਹੈ। ਖੁਦ ਤੋਂ ਸੋਚੋ ਕਿ ਹਾਂ ਇਹ ਦੋਨੋਂ ਇਕੁਅਲ ਹੋ ਸਕਦੇ ਨੇ ਜਾਂ ਕੌਣ ਜ਼ਿਆਦਾ ਹੋ ਸਕਦਾ ਹੈ। ਜੋ ਵੀ ਤੁਹਾਨੂੰ ਲੱਗਦਾ ਉਹ ਤੁਸੀਂ ਮੈਨੂੰ ਦੱਸਣਾ ਹੈ। ਬਾਏ ਦ ਵੇ, ਜੇ ਇਹਨੂੰ ਮੈਜ਼ਰ ਕਰਨਾ ਹੋਵੇ ਸੋਚਣ 'ਚ ਤੁਹਾਨੂੰ ਆਸਾਨੀ ਹੋਊਗੀ, ਬਿਕੋਜ਼ ਜਿਹੜੀ ਸਪੀਡ ਹੁੰਦੀ ਹੈ ਇਹਨੂੰ ਆਪਾਂ ਕਿਵੇਂ ਲਿਖਦੇ ਹਾਂ? ਸਪੀਡ ਇਜ਼ ਇਕੁਅਲਸ ਟੂ ਡਿਸਟੈਂਸ ਬਾਈ ਟਾਈਮ, ਠੀਕ ਹੈ। ਸਪੀਡ ਇਜ਼ ਇਕੁਅਲਸ ਟੂ ਡਿਸਟੈਂਸ ਬਾਈ ਟਾਈਮ। ਐਂਡ ਜਿਹੜੀ ਵੈਲੋਸਿਟੀ ਹੈ, ਬਿਕੋਜ਼ ਵੈਲੋਸਿਟੀ ਇਜ਼ ਅ ਵੈਕਟਰ ਕੁਆਂਟੀਟੀ, ਵੈਲੋਸਿਟੀ ਇਜ਼ ਰਿਟਨ ਐਜ਼ डिस्प्लेसमेंट बाय टाइम, डिस्प्लेसमेंट बाय टाइम। ओके, एक चीज़ का ध्यान दो, बिकॉज डिस्टेंस स्केलर सीगा, स्पीड भी इत्थे स्केलर है। सिमिलरली डिस्प्लेसमेंट वैक्टर सी, सो वेलोसिटी भी की है वैक्टर है, ठीक है। सो इन्नियां बेसिक जिहियां चीज़ां ने, ऑलरेडी मैं वो काम कराया जो 9th से तुसीं ऑलरेडी पढ़ के आए हो, कुछ नवा नहीं हैगा हले, ठीक है। ਕੱਲ੍ਹ ਦੀ ਕਲਾਸ ਜੋ ਆਪਾਂ ਕਰਾਂਗੇ ਉਹ ਥੋੜ੍ਹਾ ਜਿਹਾ ਇੱਕ ਸਟੈਪ ਅੱਗੇ ਹੋਊਗਾ, ਬਿਕੋਜ਼ ਇਹ ਪਾਰਟ ਇੱਕਦਮ ਰਿਵੀਜ਼ਨ ਵਾਲਾ ਸੀਗਾ, ਸੋ ਦੈਟ ਤੁਸੀਂ ਚੈਪਟਰ ਨਾਲ ਰਿਲੇਟ ਕਰ ਸਕੋ ਕਿ ਵਟ ਇਜ਼ ਡਿਸਟੈਂਸ ਐਂਡ ਡਿਸਪਲੇਸਮੈਂਟ, ਵਟ ਇਜ਼ ਵੈਲੋਸਿਟੀ ਐਂਡ ਵਟ ਇਜ਼ ਸਪੀਡ, ਐਂਡ ਸਕੇਲਰ ਐਂਡ ਵੈਕਟਰਸ ਕੀ ਹੁੰਦੇ ਨੇ। ਇਹ ਬੇਸਿਕ ਜਿਹੀਆਂ ਚੀਜ਼ਾਂ ਬਿਕੋਜ਼ ਬਹੁਤ ਜ਼ਰੂਰੀ ਨੇ ਪਤਾ ਹੋਣੀਆਂ, ਠੀਕ ਹੈ। ਸੋ ਜਿੰਨੇ ਵੀ ਮੈਂ ਕੁਐਸਚਨਸ ਵੀਡੀਓ 'ਚ ਪੁੱਛੇ ਨੇ ਮੈਂ ਲਿਖ ਕੇ ਵੀ ਪਾ ਦੂੰਗਾ। ਸਾਰਿਆਂ ਦੇ ਆਨਸਰਸ ਮੈਨੂੰ ਵਟਸਐਪ ਦੇ ਉੱਤੇ ਟੈਕਸਟ ਮੈਸੇਜ ਕਰਕੇ ਲਿਖ ਦਿਓ, ਰਾਈਟ। ਜ਼ਰੂਰੀ ਨਹੀਂ ਕਿ ਤੁਸੀਂ ਸੋਲਵ ਕਰਕੇ ਹੀ ਲਿਖਣੇ ਨੇ ਇਹਨਾਂ ਦੇ ਆਨਸਰਸ।